मैं चंडीगढ़ तो सीनियर जर्नलिस्ट सुरिंदर सिंह गरोआ। मेरे वालों सारिਆਂ ਨੂੰ सत श्री अकाल। कल ਦੀ ਵੀਡੀਓ ਵਿੱਚ मैं ਯਹੂਦੀ ਮੁਸਲਮ ਤੇ ਈਸਾਈ ਧਰਮ ਦੇ ਸਾਂਝੇ ਪਿਛੋਕੜ ਤੇ ਉਹਨਾਂ ਵਿੱਚ ਸਦੀਆਂ ਤੋਂ ਚਲੇ ਆ ਰਹੇ ਵਿਵਾਦਾਂ ਤੇ ਟਕਰਾਅ ਬਾਰੇ ਚਰਚਾ ਕੀਤੀ ਸੀ। ਅੱਜ ਗੱਲ ਉਸ ਤੋਂ ਅੱਗੇ ਕਰਾਂਗਾ। 7 ਅਕਤੂਬਰ 2023 ਦੀ ਸਵੇਰ ਨੂੰ ਇਸਰਾਈਲ ਦੀ ਗਾਜ਼ਾ ਨਾਲ ਲੱਗਦੀ ਸਰਹੱਦ ਵੱਲੋਂ ਹੋਏ ਹਮਲੇ ਦੇ ਵਿੱਚ ਕਰੀਬ 3300 ਇਸਰਾਈਲੀ ਜ਼ਖਮੀ ਹੋਏ, 1200 ਦੇ ਕਰੀਬ ਮਾਰੇ ਗਏ ਤੇ 150 ਦੇ ਕਰੀਬ ਇਸਰਾਈਲੀਆਂ ਤੇ ਕੁਝ ਵਿਦੇਸ਼ੀਆਂ ਨੂੰ ਉਹ ਅਗਵਾ ਕਰਕੇ ਆਪਣੇ ਨਾਲ ਫਿਰ ਗਾਜ਼ਾ ਪੱਟੀ ਵਿੱਚ ਲੈ ਗਏ। ਇਹ ਹਮਲਾ ਗਾਜ਼ਾ ਦਾ ਪ੍ਰਬੰਧ ਚਲਾ ਰਹੀ ਜਥੇਬੰਦੀ ਹਮਾਸ ਵੱਲੋਂ ਕੀਤਾ ਗਿਆ ਸੀ। ਇਸ ਹਮਲੇ ਨੇ ਪੂਰੀ ਦੁਨੀਆ ਨੂੰ ਝੰਜੋੜ ਦਿੱਤਾ। ਸ਼ਾਇਦ 1948 ਤੋਂ ਬਾਅਦ ਇਹ ਪਹਿਲੀ ਵਾਰ ਹੋਇਆ ਸੀ ਕਿ ਗਾਜ਼ਾ ਪੱਟੀ ਯਾਨੀ ਕਿ ਫਲਸਤੀਨ ਦੀ ਧਰਤੀ ਤੋਂ ਇਸਰਾਈਲ ਵਾਲੇ ਪਾਸੇ ਐਡਾ ਵੱਡਾ ਹਮਲਾ ਕੀਤਾ ਗਿਆ ਹੋਵੇ। ਇਸ ਘਟਨਾ ਤੋਂ ਬਾਅਦ ਉਹੀ ਕੁਝ ਵਾਪਰਿਆ ਜੋ ਕਿਸੇ ਸਮੇਂ 9/11 ਦੀ ਘਟਨਾ ਅਮਰੀਕਾ ਵਿੱਚ ਵਾਪਰਨ ਤੋਂ ਬਾਅਦ ਅਫਗਾਨਿਸਤਾਨ ਦੇ ਨਾਲ ਹੋਇਆ ਸੀ। ਜਿਸ ਤਰ੍ਹਾਂ ਗੁੱਸੇ ਵਿੱਚ ਆ ਕੇ ਅਮਰੀਕਾ ਨੇ ਇੱਕਦਮ ਧਾਵਾ ਬੋਲਤਾ ਹੀ ਅਫਗਾਨਿਸਤਾਨ 'ਤੇ, ਉਸੇ ਤਰ੍ਹਾਂ ਹੀ ਇਸਰਾਈਲ ਨੇ ਵੀ ਆਪਣੀਆਂ ਫੌਜਾਂ ਨੂੰ ਬਾਹਰ ਕੱਢ ਲਿਆ। ਹਵਾਈ ਜਹਾਜ਼ ਪਟੜੀਆਂ 'ਤੇ ਆ ਗਏ ਅਤੇ ਉਹਨਾਂ ਨੇ ਇੱਕ ਪੂਰੀ ਪਲਾਨ ਬਣਾ ਕੇ ਗਾਜ਼ਾ ਪੱਟੀ ਦੇ ਵਿੱਚ ਬਹੁਤ ਵੱਡਾ ਹਮਲਾ ਕੀਤਾ ਜੋ ਸਾਲ ਤੋਂ ਉੱਪਰ ਹੋ ਗਿਆ, ਅੱਜ ਤੱਕ ਵੀ ਚੱਲ ਰਿਹਾ। ਉਸ ਹਮਲੇ ਤੋਂ ਬਾਅਦ ਜੋ ਗਾਜ਼ਾ ਪੱਟੀ ਵਿੱਚ ਲੋਕਾਂ ਦਾ ਨੁਕਸਾਨ ਹੋਇਆ ਉਹਦੀ ਕਲਪਨਾ ਕਰਨੀ ਵੀ ਬੜੀ ਮੁਸ਼ਕਲ ਹੈ। ਸ਼ਾਇਦ ਹੀ ਕੋਈ ਘਰ ਠੀਕ ਠਾਕ ਬਚਿਆ ਹੋਵੇ। ਹਵਾਈ ਬੰਬਾਰੀ, ਟੈਂਕਾਂ ਦੇ ਗੋਲੇ, ਰਾਕਟ, ਮਿਜ਼ਾਈਲਾਂ, ਸਭ ਕੁਛ ਲਗਾਤਾਰ ਰੋਜ਼ ਵਰਤਿਆ ਜਾ ਰਿਹਾ ਹੈ। ਲੋਕ ਘਰਾਂ 'ਚੋਂ ਉੱਜੜ ਕੇ ਕੋਈ ਇੱਧਰ ਭੱਜ ਰਿਹਾ, ਕੋਈ ਉੱਧਰ ਭੱਜ ਰਿਹਾ ਆ। ਕਦੇ ਉਹਨਾਂ ਨੂੰ ਇਸਰਾਈਲ ਵਾਲੇ ਹੀ ਭਜਾ ਰਹੇ ਆ ਕਿ ਹੁਣ ਤੁਸੀਂ ਉੱਤਰ ਤੋਂ ਪੱਛਮ ਵਾਲੇ ਪਾਸੇ ਚਲੇ ਜਾਓ, ਹੁਣ ਤੁਸੀਂ ਇੱਧਰੋਂ ਮਿਸਰ ਵਾਲੀ ਸਾਈਡ ਤੋਂ ਦੂਜੇ ਪਾਸੇ ਨੂੰ ਤੁਸੀਂ ਸਾਰੇ ਜਣੇ ਚਲੇ ਜਾਓ। ਉਹਨਾਂ ਨੂੰ ਅੰਨ੍ਹੇਵਾਹ ਭਜਾਇਆ ਜਾ ਰਿਹਾ ਆ। ਕਿਸੇ ਦੇ ਘਰ ਦੇ ਵਿੱਚ ਖਾਣਾ ਨਹੀਂ, ਹਸਪਤਾਲ ਨਹੀਂ ਰਹਿ ਗਏ, ਸਾਰੇ ਢਾਹ ਦਿੱਤੇ ਗਏ ਆ ਮਾਰ ਮਾਰ ਕੇ ਬੰਬ। ਬਹੁਤ ਬੁਰੀ ਹਾਲਤ ਆ, ਜ਼ਿਕਰ ਕਰਨਾ ਵੀ ਬੜਾ ਔਖਾ ਆ। ਇੱਕ ਰਿਪੋਰਟ ਦੇ ਮੁਤਾਬਕ ਦੱਸਿਆ ਜਾ ਰਿਹਾ ਕਿ ਤਕਰੀਬਨ 6-7 ਲੱਖ ਫਲਸਤੀਨੀ ਵਿਦਿਆਰਥੀ ਪਿਛਲੇ 1 ਸਾਲ ਤੋਂ ਪੜ੍ਹਾਈ ਤੋਂ ਵਾਂਝੇ ਚਲੇ ਆ ਰਹੇ ਆ। ਉੱਥੇ ਹੁਣ ਤੱਕ ਸਰਕਾਰੀ ਅੰਕੜੇ ਇਹ ਦੱਸ ਰਹੇ ਆ ਕਿ ਤਕਰੀਬਨ 45,000 ਫਲਸਤੀਨੀ ਮਾਰੇ ਜਾ ਚੁੱਕੇ ਆ, ਜਿਨ੍ਹਾਂ ਵਿੱਚ ਬੱਚਿਆਂ ਦੀ ਗਿਣਤੀ 12,000 ਦੱਸੀ ਜਾ ਰਹੀ ਹੈ। ਬਹੁਤ ਵੱਡੀ ਘਟਨਾ ਹੈ। ਇਹ ਅਜੇ ਵੀ ਇਸ ਦਾ ਕੋਈ ਹੱਲ ਨਹੀਂ ਨਜ਼ਰ ਆ ਰਿਹਾ। ਇਸਰਾਈਲ ਨੇ ਕੋਈ ਕਸਰ ਨਹੀਂ ਛੱਡੀ ਕਿ ਉਹ ਇਸ ਦੀ ਸਜ਼ਾ ਹਮਾਸ ਨੂੰ ਨਹੀਂ ਉਨੀ ਦੇ ਰਿਹਾ ਜਿੰਨੀ ਉਹ ਉੱਥੋਂ ਦੇ ਆਮ ਲੋਕਾਂ ਨੂੰ ਦੇ ਰਿਹਾ ਹੈ। ਜੋ ਕੌਮਾਂਤਰੀ ਏਜੰਸੀਆਂ ਸਹਾਇਤਾ ਕਰਨ ਦੇ ਲਈ ਦਵਾਈਆਂ, ਭੋਜਨ ਉੱਥੇ ਪਹੁੰਚਾਉਣਾ ਚਾਹੁੰਦੀਆਂ, ਉਹਨਾਂ ਦੇ ਰਸਤਿਆਂ 'ਚ ਰੁਕਾਵਟ ਪਾਈ ਜਾਂਦੀ ਹੈ। ਲੋਕਾਂ ਨੂੰ ਕੈਂਪਾਂ ਵਿੱਚ ਭੁੱਖਿਆ ਰੱਖਿਆ ਜਾ ਰਿਹਾ ਹੈ। ਦਵਾਈਆਂ ਨਹੀਂ ਮਿਲ ਰਹੀਆਂ, ਪਰਿਵਾਰਾਂ ਦੇ ਪਰਿਵਾਰ ਖਤਮ ਹੋ ਗਏ ਆ। ਔਰ ਇਹ ਗੁੱਸਾ ਉਸ ਤੋਂ ਬਾਅਦ ਲਗਾਤਾਰ ਚੱਲਦਾ ਹੀ ਆ ਰਿਹਾ ਹੈ। ਹਮਾਸ ਦੇ 2 ਵੱਡੇ ਲੀਡਰ ਸਨ, ਇੱਕ ਹਾਨੀਆ ਅਤੇ ਦੂਸਰਾ ਸਿਨਾਵਰ। ਹਾਨੀਆ ਜੋ ਕਤਰ ਵਿੱਚ ਰਹਿ ਰਿਹਾ ਸੀ, ਈਰਾਨ ਦੇ ਵਿੱਚ ਉੱਥੋਂ ਦੇ ਰਾਸ਼ਟਰਪਤੀ ਦੀ ਤਾਜਪੋਸ਼ੀ ਦੇ ਸਮਾਗਮ ਵਿੱਚ ਸ਼ਾਮਲ ਹੋਣ ਲਈ ਤਹਿਰਾਨ ਗਿਆ ਸੀ। ਉਸਨੂੰ ਉੱਥੇ ਤਹਿਰਾਨ ਦੇ ਵਿੱਚ ਹੀ ਇੱਕ ਸਾਜ਼ਿਸ਼ ਬਣਾ ਕੇ ਮਾਰ ਦਿੱਤਾ ਗਿਆ। ਉਹਦੀ ਰਿਹਾਇਸ਼ 'ਤੇ ਅੱਧੀ ਰਾਤ ਨੂੰ ਹਮਲਾ ਕੀਤਾ ਗਿਆ।
ਮਿਜ਼ਾਈਲ ਮਾਰੀ ਗਈ ਕਮਰੇ 'ਚ। ਅਤੇ ਦੂਸਰਾ ਜੋ ਉਹਨਾਂ ਦਾ ਵੱਡਾ ਲੜਾਕੂ ਯੋਧਾ ਸਨਾਵਰ ਸੀ ਅਤੇ ਜਿਹਦੇ ਉੱਪਰ ਇਹ ਦੋਸ਼ ਲੱਗ ਰਿਹਾ ਕਿ ਉਸਨੇ ਹੀ ਇਸਰਾਈਲ ਦੇ ਵਿੱਚ ਹਮਲਾ ਕਰਨ ਦੀ ਯੋਜਨਾ ਨੂੰ ਅਮਲੀ ਰੂਪ ਦਿੱਤਾ ਸੀ, ਉਸ ਨੂੰ ਵੀ ਉਹਨਾਂ ਨੇ ਮਾਰ ਮੁਕਾਇਆ। ਹੋਰ ਪਤਾ ਨਹੀਂ ਉਹਨਾਂ ਦੇ ਸਾਰੇ ਫੌਜੀ ਵਿੰਗਾਂ ਦੇ ਕਿੰਨੇ ਕੁ ਜਰਨੈਲ ਜਿਹੜੇ ਆ ਮਾਰੇ ਜਾ ਚੁੱਕੇ ਆ। ਇਹ ਵੀ ਦਾਅਵਾ ਇਸਰਾਈਲ ਕਰ ਰਿਹਾ ਕਿ ਉਹਨਾਂ ਦੀ ਸਾਰੀ ਲੀਡਰਸ਼ਿਪ ਜਿਹੜੀ ਆ ਉਹ ਖਤਮ ਕਰ ਦਿੱਤੀ ਗਈ ਹੈ, ਕਮਜ਼ੋਰ ਕਰ ਦਿੱਤੀ ਗਈ ਹੈ। ਅਤੇ ਜੇ ਫਿਰ ਇਹੀ ਗੱਲ ਹੈ ਕਿ ਤੂੰ ਇੱਥੋਂ ਤੱਕ ਹੀ ਉਹਨਾਂ ਨੂੰ ਕਮਜ਼ੋਰ ਕਰ ਦਿੱਤਾ ਆ, ਤਾਂ ਫਿਰ ਹੁਣ ਸ਼ਾਂਤੀ ਸਮਝੌਤੇ ਵੱਲ ਨੂੰ ਗੱਲ ਕਿਉਂ ਨਹੀਂ ਅੱਗੇ ਤੋਰ ਰਿਹਾ, ਜਦ ਕਿ ਸਾਰਾ ਦੇਸ਼, ਸਾਰੀ ਦੁਨੀਆ ਦੇ ਜਿਹੜੇ ਅਮਨ ਪਸੰਦ ਲੋਕ ਆ ਉਹ ਚਾਹ ਰਹੇ ਆ ਕਿ ਇਹ ਕਿਸੇ ਨਾ ਕਿਸੇ ਤਰ੍ਹਾਂ ਲੜਾਈ ਜਲਦੀ ਖਤਮ ਹੋਵੇ। ਸੰਯੁਕਤ ਰਾਸ਼ਟਰ ਨੇ ਵੀ ਯਤਨ ਕੀਤੇ ਆ। ਸੰਯੁਕਤ ਰਾਸ਼ਟਰ ਨੇ ਤਾਂ ਜਿਹੜੇ ਕਦਮ ਵੀ ਉੱਥੇ ਉਠਾਏ ਆ, ਇਸਰਾਈਲ ਨੇ ਉਹਨਾਂ ਨੂੰ ਮੰਨਣ ਤੋਂ ਹੀ ਨਾ ਕਰ ਦਿੱਤੀ। ਉਹ ਤਾਂ ਸੰਯੁਕਤ ਰਾਸ਼ਟਰ ਨੂੰ ਹੀ ਪ੍ਰਵਾਨ ਨਹੀਂ ਕਰਦਾ, ਉਸ ਨੂੰ ਹੀ ਥ੍ਰੈਟ ਕਰਦਾ ਹੈ ਕਿ ਜੋ ਕਰਨਾ ਕਰ ਲੈ, ਮੈਂ ਤੇਰੇ ਤੋਂ ਡਰਨ ਵਾਲਾ ਨਹੀਂ। ਕੌਮਾਂਤਰੀ ਜਿੱਥੇ ਕੇਸ ਚੱਲਦੇ ਆ ਮਨੁੱਖੀ ਘਾਣ ਕਰਨ ਵਾਲਿਆਂ ਦੇ ਖਿਲਾਫ, ਅਦਾਲਤ ਜੋ ਹੈ ਉੱਥੇ ਵੀ ਮਤਲਬ ਜੋ ਉਹਨਾਂ ਨੇ ਇਹਦੇ ਸਮਨ ਕੱਢੇ ਹੋਏ ਆ, ਉਹਨੂੰ ਵੀ ਕਹਿੰਦਾ ਜਾਓ, ਆਓ ਮੈਨੂੰ ਫੜ ਕੇ ਦਿਖਾਓ, ਮੈਨੂੰ ਕੋਈ ਨਹੀਂ ਫੜ ਸਕਦਾ। ਪ੍ਰਧਾਨ ਮੰਤਰੀ ਉਹਨਾਂ ਦਾ ਨੇਤਨਯਾਹੂ, ਬਹੁਤ ਹਾਲਾਤ ਖਰਾਬ ਆ। ਕਈ ਕਹਿ ਰਹੇ ਆ ਕਿ ਅਮਰੀਕਾ ਦਿਖਾਵਾ ਕਰ ਰਿਹਾ ਕਿ ਉਹ ਉੱਥੇ ਸ਼ਾਂਤੀ ਸਮਝੌਤਾ ਕਰਾਉਣ ਦੀ ਕੋਸ਼ਿਸ਼ ਕਰ ਰਿਹਾ, ਪਰ ਅੰਦਰ ਖਾਤੇ ਉਹ ਇਸਰਾਈਲ ਦੀ ਫਲਸਤੀਨੀਆਂ ਨੂੰ ਖਤਮ ਕਰਨ ਦੀ ਜੋ ਮੁਹਿੰਮ ਚੱਲ ਰਹੀ ਹੈ ਉਹਦਾ ਹੀ ਸਮਰਥਨ ਕਰ ਰਿਹਾ ਆ। ਅਜਿਹੇ ਬੰਬ ਬਰੂਦ ਮੁਹੱਈਆ ਕਰ ਰਿਹਾ ਜਿਨ੍ਹਾਂ ਨੂੰ ਸੋਚ ਕੇ ਵੀ ਕੋਈ ਕੰਬ ਜਾਏ, ਜੋ ਜ਼ਮੀਨ ਦੇ ਅੰਦਰ ਬਹੁਤ ਡੂੰਘੇ ਬੰਕਰਾਂ ਤੱਕ ਨੂੰ ਵੀ ਤੋੜ ਦਿੰਦੇ ਆ। ਵਿੱਚ ਵਿੱਚ ਇੱਕ ਦੋ ਵਾਰ ਕਿਤੇ ਥੋੜ੍ਹੇ ਚਿਰ ਲਈ ਗੋਲੀਬੰਦੀ ਰੋਕੀ ਗਈ ਸੀ, ਜਿਸ ਸਮੇਂ ਕੁਛ ਉਹਨਾਂ ਲੋਕਾਂ ਨੂੰ ਖੁਰਾਕ ਮੁਹੱਈਆ ਕਰਨ ਲਈ ਫਲਸਤੀਨੀਆਂ ਨੂੰ ਕੋਸ਼ਿਸ਼ ਕੀਤੀ ਗਈ। ਕੁਛ ਅਗਵਾਕਾਰ ਜਿਹੜੇ ਸੀ ਉਹ ਰਿਹਾ ਹੋਏ, ਕੁਛ ਫਲਸਤੀਨੀ ਰਿਹਾ ਹੋਏ। ਉਹ ਸਿਰਫ ਆਰਜੀ ਸੀ। ਜੰਗ ਫਿਰ ਉਸੇ ਤਰ੍ਹਾਂ ਹੀ ਚੱਲੀ ਆ ਰਹੀ ਹੈ ਅਤੇ ਚੱਲ ਰਹੀ ਹੈ। ਦੋਨਾਂ ਪਾਸਿਆਂ ਤੋਂ ਹੁਣ ਵੀ ਇੱਕ ਦੂਜੇ ਨੂੰ ਜਿੰਨੀ ਵਾਹ ਲੱਗਦੀ ਹੈ ਉਨੀ ਵਾਹ ਨਾਲ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਹੋ ਰਹੀ ਹੈ। ਇਰਾਨ ਵੀ ਫਲਸਤੀਨੀਆਂ ਦੀ ਮਦਦ ਲਈ ਉੱਤਰੀ ਇਸਰਾਈਲ ਵੱਲੋਂ ਵੱਡੇ ਹਮਲੇ ਕਰ ਰਿਹਾ ਸੀ, ਲਗਾਤਾਰ ਕਰ ਰਿਹਾ ਸੀ, ਅਤੇ ਆਖਰ ਇਸਰਾਈਲ ਨੇ ਉਹਨਾਂ ਉੱਪਰ ਵੀ ਲਿਬਨਾਨ ਦੇ ਅੰਦਰ ਦਾਖਲ ਹੋ ਕੇ ਭਾਰੀ ਨੁਕਸਾਨ ਪਹੁੰਚਾਇਆ। ਉਹਨਾਂ ਦਾ ਹਿਜ਼ਬੁੱਲਾ ਦਾ ਮੁੱਖ ਜੋ ਆਗੂ ਸੀ ਨਸਰੁੱਲਾ, ਉਸ ਨੂੰ ਮਾਰ ਮੁਕਾਇਆ। ਇਹ ਅਜੇ ਵੀ ਜੰਗ ਉੱਥੇ ਵੀ ਇਸੇ ਤਰ੍ਹਾਂ ਹੀ ਚੱਲ ਰਹੀ ਹੈ। ਦੋਸਤੋ, ਇਹ ਕਿੰਨਾ ਕੁ ਚਿਰ ਚੱਲਦਾ ਰਹੇਗਾ? ਪੂਰਾ ਸਾਲ ਹੋ ਗਿਆ ਇਸਰਾਈਲ ਆਪਣੇ ਜੋ ਹਮਾਸ ਵਾਲਿਆਂ ਨੇ ਬੰਦੀ ਬਣਾ ਕੇ ਲੋਕ ਖੜ੍ਹੇ ਸੀ ਆਪਣੇ, ਉਹ ਨਹੀਂ ਛੁਡਾ ਸਕਿਆ। 100 ਤੋਂ ਵੱਧ ਗਿਣਤੀ ਦੱਸੀ ਜਾ ਰਹੀ ਹੈ। ਜੇ ਉਹਨਾਂ ਦੀ ਸਾਰੀ ਲੀਡਰਸ਼ਿਪ ਵੱਡੀ ਖਤਮ ਕਰਨ ਦੇ ਬਾਅਦ ਵੀ ਇਹ ਆਪਣੇ ਉੱਥੋਂ ਅਗਵਾਹ ਜਿਹੜੇ ਹੋ ਕੇ ਲੋਕਾਂ ਨੂੰ ਲਿਜਾਇਆ ਗਿਆ ਸੀ ਕਰਕੇ ਉਹਨਾਂ ਨੂੰ ਛੁਡਾ ਨਹੀਂ ਸਕਿਆ, ਤਾਂ ਫਿਰ ਇਹ ਕਿਸ ਤਰ੍ਹਾਂ ਲੜਾਈ ਦੇ ਨਾਲ ਹੀ ਇਹ ਜੰਗ ਜਿੱਤ ਜਾਏਗਾ? ਸਾਰੇ ਇਸ ਨੂੰ ਹੁਣ ਸਲਾਹ ਦੇ ਰਹੇ ਆ ਕਿ ਇਸ ਰਸਤੇ ਨੂੰ ਤਿਆਗ ਦੇ, ਹੁਣ ਸਹੀ ਸਮਾਂ ਆ, ਸਮਝੌਤਾ ਕਰ, ਆਪਣੇ ਬੰਦੇ ਉਹਨਾਂ ਕੋਲੋਂ ਰਿਹਾ ਕਰਾ, ਉੱਥੋਂ ਆਪਣੀ ਫੌਜ ਨੂੰ ਬਾਹਰ ਲਿਆ ਅਤੇ ਕਿਸੇ ਤਰ੍ਹਾਂ ਇਸ ਟਕਰਾਅ ਨੂੰ ਖਤਮ ਕਰ। ਗੱਲਬਾਤ ਤਾਂ ਕਈ ਵਾਰ ਚੱਲਦੀ ਸੁਣੀ ਆ ਕਿ ਚੱਲ ਰਹੀ ਹੈ, ਪਰ ਨਹੀਂ, ਕਿਸੇ ਕੰਢੇ ਨਹੀਂ ਲੱਗ ਰਹੀ। ਕਈ ਵਾਰ ਗੱਲ ਹਮਾਸ ਦੀ ਕਤਰ ਵਿੱਚ ਵਿਚੋਲਿਆਂ ਦੇ ਰਾਹੀਂ ਚੱਲਦੀ ਰਹੀ, ਨਹੀਂ ਕਿਸੇ ਕੰਢੇ ਲੱਗੀ। ਹੁਣ ਵੀ ਸੁਣਨ ਵਿੱਚ ਇਹ ਆ ਰਿਹਾ ਕਿ ਫਿਰ ਕੋਸ਼ਿਸ਼ ਹੋ ਰਹੀ ਹੈ ਮਿਸਰ, ਜਾਰਡਨ ਅਤੇ ਅਮਰੀਕਾ,
ਫਰਾਂਸ ਵਗੈਰਾ ਸਾਰੇ ਵਿੱਚ ਪੈ ਕੇ ਕਿਸੇ ਨਾ ਕਿਸੇ ਤਰ੍ਹਾਂ ਇਹ ਗੱਲ ਨੂੰ ਨਿਪਟਾਉਣਾ ਚਾਹੁੰਦੇ ਆ। ਪਰ ਇਸਰਾਈਲ ਕੁਝ ਦਿਨਾਂ ਲਈ ਤਾਂ ਗੋਲੀਬੰਦੀ ਕਰਨ ਲਈ ਤਿਆਰ ਆ। ਆਪਣੇ ਜਿਹੜੇ ਉਹਨਾਂ ਦੇ ਉੱਥੇ ਬੰਦੀ ਬਣਾਏ ਲੋਕ, ਉਹਨਾਂ ਨੂੰ ਛੁਡਾ ਕੇ ਲਿਆਉਣ ਲਈ ਸਥਾਈ ਗੋਲੀਬੰਦੀ ਲਈ ਨਹੀਂ ਮੰਨ ਰਿਹਾ। ਹਮਾਸ ਨੇ ਉਹਨਾਂ ਦੀ ਇਸ ਪੇਸ਼ਕਸ਼ ਨੂੰ ਠੁਕਰਾ ਦਿੱਤਾ ਆ। ਉਹ ਕਹਿੰਦੇ ਆ ਕਿ ਗੋਲੀਬੰਦੀ ਹੋਏਗੀ ਤਾਂ ਸਥਾਈ ਤੌਰ 'ਤੇ ਹੋਏਗੀ। ਇਸਰਾਈਲ ਦੀ ਫੌਜ ਨੂੰ ਗਾਜ਼ਾ ਦੇ ਵਿੱਚੋਂ ਬਾਹਰ ਨਿਕਲਣਾ ਪਏਗਾ, ਫਿਰ ਹੀ ਗੱਲ ਕਿਸੇ ਪਾਸੇ ਲੱਗੇਗੀ। ਬਹੁਤ ਮੁਸ਼ਕਲ ਮਸਲਾ ਬਣ ਚੁੱਕਿਆ ਆ। ਜੇ ਮੰਨ ਲਓ ਇਸ ਤਰ੍ਹਾਂ ਵੀ ਹੋ ਜਾਂਦਾ ਆ ਤਾਂ ਜੇ ਅਸੀਂ ਕਹੀਏ ਕਿ ਉਹ ਵੀ ਸਥਾਈ ਹੱਲ ਹੋਏਗਾ, ਨਹੀਂ ਹੋਏਗਾ। ਕਿਉਂਕਿ 1948 ਦੇ ਵਿੱਚ ਜਦੋਂ ਸੰਯੁਕਤ ਰਾਸ਼ਟਰ ਨੇ ਜ਼ਮੀਨ ਦੇ ਉੱਤੇ ਮਾਰਕਿੰਗ ਕਰ ਦਿੱਤੀ ਸੀ ਕਿ ਇਹ ਯਹੂਦੀ ਇੱਥੇ ਰਹਿਣਗੇ ਅਤੇ ਇਹ ਇਹਨਾਂ ਦੇ ਦੇਸ਼ ਹੋਣਗੇ ਜਿਹੜੇ ਨਾਲ ਲੱਗਦੇ ਆ, ਮਿਸਰ ਆ, ਜਾਰਡਨ ਆ, ਸੀਰੀਆ, ਇਰਾਕ ਆ। ਇਸਰਾਈਲ ਨੇ ਤਾਂ ਉਸ ਵੇਲੇ ਇਸ ਵੰਡ ਨੂੰ ਮੰਨ ਲਿਆ ਸੀ, ਪਰ ਅਰਬ ਦੇਸ਼ਾਂ ਨੇ ਬਿਲਕੁਲ ਨਹੀਂ। ਅਤੇ ਜਦੋਂ 1949 ਦੇ ਵਿੱਚ ਇਸਰਾਈਲ ਨੇ ਆਪਣੇ ਆਪ ਨੂੰ ਇੱਕ ਸੁਤੰਤਰ ਦੇਸ਼ ਐਲਾਨਿਆ ਤਾਂ ਫਿਰ ਇਹ ਮੁਸਲਿਮ ਦੇਸ਼ਾਂ ਨੇ ਇਕੱਠੇ ਹੋ ਕੇ ਉਸ ਦੇ ਉੱਪਰ ਹਮਲਾ ਕੀਤਾ। ਪਰ ਇਸ ਹਮਲੇ ਵਿੱਚ ਉਹਨਾਂ ਦਾ ਆਪਣਾ ਹੀ ਬਹੁਤ ਵੱਡਾ ਨੁਕਸਾਨ ਹੋਇਆ। ਉੱਥੋਂ ਦੀ ਜੋ ਭੂਗੋਲਿਕ ਦੇਸ਼ਾਂ ਦੀ ਹਕੀਕਤ ਸੀ ਉਹ ਬਦਲ ਗਈ। ਜੋ ਫਲਸਤੀਨੀ ਸੀ ਉਹਨਾਂ ਨੂੰ ਕੈਂਪਾਂ ਵਿੱਚ ਧਕੇਲ ਦਿੱਤਾ ਗਿਆ। ਮਿਸਰ ਅਤੇ ਲਿਬਨਾਨ, ਜਾਰਡਨ ਵਗੈਰਾ ਇਹਨਾਂ ਖੇਤਰਾਂ ਦੇ ਅੰਦਰ ਉਹ ਕਾਫੀ ਸਾਰਾ ਕਬਜ਼ਾ ਕਰ ਗਏ। ਇਹ ਖਚਾਅ ਚੱਲਦਾ ਹੀ ਆਇਆ। ਉਸ ਤੋਂ ਬਾਅਦ 1967 ਦੇ ਵਿੱਚ ਫਿਰ ਅਰਬ ਦੇਸ਼ਾਂ ਨੇ ਇਕੱਠੇ ਹੋ ਕੇ ਇਸਰਾਈਲ 'ਤੇ ਹਮਲਾ ਕੀਤਾ। ਉਹ ਵੀ ਥੋੜ੍ਹੇ ਦਿਨ ਹੀ ਚੱਲਿਆ ਅਤੇ ਇਹ ਬਹੁਤ ਸਾਰੀ ਆਪਣੀ ਜ਼ਮੀਨ ਫਿਰ ਗਵਾ ਬੈਠੇ। ਸੀਰੀਆ ਦੀਆਂ ਗੁਲਾਨ ਪਹਾੜੀਆਂ 'ਤੇ ਇਸਰਾਈਲ ਦਾ ਕਬਜ਼ਾ ਹੋ ਗਿਆ। ਲਿਬਨਾਨ ਵਾਲੇ ਪਾਸੇ ਵੀ ਜ਼ਮੀਨ ਖੁੱਸ ਗਈ। ਜਾਰਡਨ ਦਾ ਵੀ ਕੁਛ ਹਿੱਸਾ ਅਤੇ ਮਿਸਰ ਦਾ ਵੀ ਕਾਫੀ ਹਿੱਸਾ ਇਸਰਾਈਲ ਦੇ ਕਬਜ਼ੇ ਵਿੱਚ ਆ ਗਿਆ। ਫਲਸਤੀਨੀਆਂ ਦੀ ਹਾਲਤ ਹੋਰ ਮਾੜੀ ਹੋ ਗਈ। ਫਿਰ ਇਸ ਤੋਂ ਬਾਅਦ ਇਬਰਾਹੀਮ ਅਕਾਰਡ ਹੋਇਆ, ਜਿਹਦੇ ਤਹਿਤ ਇੱਥੇ ਸ਼ਾਂਤੀ ਬਹਾਲ ਹੋਈ। ਜਿਹੜੇ ਮਿਸਰ, ਜਾਰਡਨ ਅਤੇ ਲਿਬਨਾਨ, ਇਹਨਾਂ ਦੀ ਜੋ ਖੋਈ ਹੋਈ ਜ਼ਮੀਨ ਸੀ ਉਹਨਾਂ ਨੂੰ ਕੁਛ ਵਾਪਸ ਕੀਤੀ। ਸੀਰੀਆ ਦੇ ਗੁਲਾਨ ਹਾਈਟਸ ਉੱਤੇ ਅਜੇ ਵੀ ਇਸਰਾਈਲ ਦਾ ਕਬਜ਼ਾ ਆ। ਇਹਨਾਂ ਨੂੰ ਕਹਿ ਲਈਏ ਕਿ ਫਲਸਤੀਨੀਆਂ ਨੂੰ ਗਾਜ਼ਾ ਪੱਟੀ ਅਤੇ ਵੈਸਟ ਬੈਂਕ ਦਾ ਜੋ ਈਸਟ ਯਰੂਸ਼ਲਮ ਆ ਨਾਲ ਲੱਗਦਾ ਉਹ ਦੇ ਦਿੱਤਾ ਗਿਆ। ਪਰ ਇਹ ਗੱਲ ਫਿਰ ਵੀ ਇੱਥੇ ਖਤਮ ਨਹੀਂ ਹੋਈ। ਇਸਰਾਈਲ ਨੇ ਫਲਸਤੀਨੀ ਖੇਤਰ ਦੇ ਵਿੱਚ ਆਪਣੀਆਂ ਨਜਾਇਜ਼ ਬਸਤੀਆਂ, ਉਹਨਾਂ ਦੀਆਂ ਜ਼ਮੀਨਾਂ 'ਤੇ ਕਬਜ਼ੇ ਕਰਕੇ ਵਸਾਉਣੀਆਂ ਜਾਰੀ ਰੱਖੀਆਂ, ਜਿਨ੍ਹਾਂ ਦਾ ਵਿਰੋਧ ਖਾਸ ਤੌਰ 'ਤੇ ਹਮਾਸ ਨੇ ਬਹੁਤ ਜ਼ੋਰਦਾਰ ਲਗਾਤਾਰ ਜਾਰੀ ਰੱਖਿਆ। ਅਤੇ ਫਿਰ ਇਹਨਾਂ ਵਿੱਚ ਹੋਰ 4-5 ਲੜਾਈਆਂ ਹੁਣ ਤੱਕ ਹੋ ਚੁੱਕੀਆਂ। 2008, 2012, 2014, 2021 ਅਤੇ ਫਿਰ ਹੁਣ 2023। ਫਲਸਤੀਨੀਆਂ ਦਾ ਬਹੁਤ ਉਜਾੜਾ ਹੁੰਦਾ ਆ ਰਿਹਾ। ਉਹਨਾਂ ਨੇ ਜਿਉ ਕੇ ਨਹੀਂ ਵੇਖਿਆ। ਅਤੇ ਹੁਣ 7 ਅਕਤੂਬਰ 2023 ਤੋਂ ਬਾਅਦ ਜੋ ਇਸ ਵੇਲੇ ਉੱਥੇ ਵਾਪਰ ਰਿਹਾ ਆ ਉਹਦਾ ਤਾਂ ਜ਼ਿਕਰ ਕਰਨਾ ਵੀ ਬੜਾ ਔਖਾ ਆ। ਇਹ ਸਾਰੇ ਦੇਸ਼ਾਂ ਦਾ ਕਹਿਣਾ ਆ ਕਿ ਜੇ ਹੁਣ ਵੀ ਲੜਾਈ ਬੰਦ ਹੋ ਗਈ ਤਾਂ ਗਾਜ਼ਾ ਨੂੰ ਪਹਿਲਾਂ ਵਾਲੀ ਸਥਿਤੀ ਤੱਕ ਪਹੁੰਚਣ ਲਈ ਹੀ ਘੱਟੋ ਘੱਟ 60-70 ਸਾਲ ਲੱਗ ਜਾਣਗੇ। ਕਿਉਂਕਿ ਉੱਥੇ ਨਾ ਕੋਈ ਘਰ ਬਚੇ ਆ, ਸਭ ਢਾਹ ਦਿੱਤੇ ਗਏ ਆ, ਉਜਾੜਾ ਬਣਾ ਦਿੱਤਾ ਗਿਆ ਹੈ। ਕੈਂਪਾਂ 'ਚ ਬੈਠੇ ਆ ਲੋਕ।
कुछ भी नहीं है उन्हां कोल खाण पीण लई। थोड़ी बहुती सहायता आउंदी है, ਉਹੀ ਵੰਡ ਵੁੰਡ ਕੇ ਉਹਨਾਂ ਨੂੰ ਦਿੱਤੀ ਜਾ ਰਹੀ ਹੈ। ਇਸਰਾਈਲ ਨਾ ਦਵਾਈਆਂ ਜਾਣ ਦੇ ਰਿਹਾ, ਨਾ ਭੋਜਨ ਜਾਣ ਦੇ ਰਿਹਾ, ਬਹੁਤ ਤੜਫਾ ਰਿਹਾ ਉਹਨਾਂ ਨੂੰ। ਇਹ ਇਸ ਤਰ੍ਹਾਂ ਬਹੁਤ ਦੇਰ ਨਹੀਂ ਚੱਲੇਗਾ। ਇਸ ਵੇਲੇ ਜੋ ਸੁਝਾਇਆ ਜਾ ਰਿਹਾ ਹੈ ਕਿ ਜੇ ਤੁਸੀਂ ਇੱਥੇ ਅਮਨ ਚੈਨ ਨਾਲ ਬਸਣਾ ਆ ਤਾਂ ਇੱਕ ਗੱਲ ਇਹਨਾਂ ਨੂੰ ਫਲਸਤੀਨੀਆਂ ਅਤੇ ਇਸਰਾਏਲੀਆਂ ਨੂੰ ਮੰਨਣੀ ਪਏਗੀ ਕਿ ਫਲਸਤੀਨੀ ਇਸਰਾਏਲ ਨੂੰ ਇੱਕ ਸੁਤੰਤਰ ਦੇਸ਼ ਦਾ ਦਰਜਾ ਦੇਣ ਅਤੇ ਇਸਰਾਏਲ ਫਲਸਤੀਨੀਆਂ ਨੂੰ ਵੱਖਰੇ ਦੇਸ਼ ਦਾ ਦਰਜਾ ਦੇਵੇ। ਇਹ ਇੱਕ ਦੂਜੇ ਦੇ ਵਿੱਚ ਦਖਲਅੰਦਾਜ਼ੀ ਨੂੰ ਬੰਦ ਕਰਨ, ਆਪ ਵੀ ਇੱਜ਼ਤਮਾਨ ਨਾਲ ਰਹਿਣ, ਉਹਨਾਂ ਨੂੰ ਵੀ ਇੱਜ਼ਤਮਾਨ ਨਾਲ ਰਹਿਣ ਦੇਣ। ਇਹੀ ਇੱਕੋ ਇੱਕ ਇੱਥੋਂ ਦਾ ਹੱਲ ਹੈ। ਫਲਸਤੀਨੀਆਂ ਨੂੰ ਬਸਤੀ ਬਣਾ ਕੇ ਰੋਜ਼ ਜਲੀਲ ਕਰਨ ਦੇ ਨਾਲ ਜਿਵੇਂ ਸਦੀਆਂ ਤੋਂ ਚੱਲਦਾ ਆ ਰਿਹਾ ਆ, ਉਸੇ ਤਰ੍ਹਾਂ ਦਾ ਹੀ ਮਾਹੌਲ ਬਣਿਆ ਰਹੇਗਾ ਅਤੇ ਫਿਰ ਅੱਗੇ ਕੀ ਹੋਏਗਾ ਉਸ ਦਾ ਅੰਦਾਜ਼ਾ ਲਾਉਣਾ ਵੀ ਕੋਈ ਮੁਸ਼ਕਲ ਨਹੀਂ। ਆਸ ਕਰਦੇ ਹਾਂ ਕਿ ਮਿਡਲ ਈਸਟ ਦੇ ਹਾਲਾਤ ਇਸ ਵੇਲੇ ਉਹ ਸਾਰੇ ਇਸੇ ਫਲਸਤੀਨ ਅਤੇ ਇਸਰਾਏਲ ਦੇ ਖਿੱਤੇ ਨਾਲ ਹੀ ਜੁੜੇ ਹੋਏ ਹਨ। ਜੇ ਇੱਥੇ ਅਮਨ ਹੋ ਜਾਂਦਾ ਹੈ ਤਾਂ ਸਾਰੇ ਮਿਡਲ ਈਸਟ ਵਿੱਚ ਹੀ ਅਮਨ ਹੋ ਜਾਏਗਾ। ਇਹੀ ਇਸ ਦਾ ਹੱਲ ਆ। ਅਜੇ ਵੀ ਸੰਯੁਕਤ ਰਾਸ਼ਟਰ ਦੀ ਮੰਨੀ ਜਾਏ, ਉਹਦੇ ਮਤਿਆਂ ਦੀ ਪਾਲਣਾ ਕੀਤੀ ਜਾਏ। ਇਸ ਪਾਸੇ ਇਸਰਾਏਲ ਨੂੰ ਹੀ ਪਹਿਲ ਕਰਨੀ ਪਏਗੀ। ਇਸ ਦੇ ਨਾਲ ਹੀ ਸਾਡੀ ਇਹ ਵੀਡੀਓ ਸਮਾਪਤ ਹੁੰਦੀ ਹੈ। ਆਸ ਕਰਦੇ ਹਾਂ ਕਿ ਇਹ ਮਿਡਲ ਈਸਟ ਦਾ ਖਿੱਤਾ ਭਵਿੱਖ ਵਿੱਚ ਅਮਨ ਅਮਾਨ ਵਾਲੇ ਪਾਸੇ ਨੂੰ ਕਦਮ ਪੁੱਟੇਗਾ। ਸਾਰਿਆਂ ਨੂੰ ਸਤਿ ਸ੍ਰੀ ਅਕਾਲ, ਖੁਸ਼ ਰਹੋ।